पिछले दिन ही मान साहब ने ਜਿਹੜਾ ਹਰਾ ਪੈਨ ਚਲਾਇਆ ਕਹਿੰਦੇ ਸੀ ਚਲਾਇਆ ਤੇ ਕਾਫੀ ਵੱਡੀ ਸੰਖਿਆ 'ਚ ਨੌਕਰੀਆਂ ਦਿੱਤੀਆਂ ਪਰ ਉਹ 'ਚ ਕੁਝ ਝੋਲ ਨਜ਼ਰ ਆਉਂਦੇ ਨੇ ਜਿਵੇਂ ਕਿ 58 ਸਾਲ ਦੀ ਉਮਰ ਫਿਰ ਉੱਥੇ ਸੇਵਾ ਰੂਲ ਲਾਗੂ ਨਹੀਂ ਹੋਣੇ ਉਹ ਕਿਉਂ ਕੀਤੇ ਫਿਰ ਕੋਈ ਇਮਰਜੈਂਸੀ ਕਾਰਨ ਬਣ ਜਾਂਦੇ ਸੀ ਫੋਰ ਐਗਜ਼ਾਮਪਲ ਆਖੇ ਜੀ ਟੈਰਰਿਸਟ ਵਿਕਟਮ ਆ ਗਏ ਕੁਝ ਤੁਸੀਂ ਦੇਖਿਆ ਹੋਣਾ ਬੜਾ ਚੱਲਿਆ ਇਸ਼ੂ ਕਾਂਗਰਸ ਦੀ ਸਰਕਾਰ 'ਚ ਬਾਜਵਾ ਪਰਿਵਾਰ ਨੂੰ ਨੌਕਰੀ ਦੇ ਦਿਓ ਜੀ ਬੇਅੰਤ ਸਿੰਘ ਪਰਿਵਾਰ ਨੂੰ ਦੇ ਦਿਓ ਜੀ ਫਲਾਨਾ ਟੈਰਰਿਜ਼ਮ ਵਿਕਟਮ ਮਤਲਬ ਆਪਣੇ ਬੰਦੇ ਸੱਟੇ ਯਾਨੀ ਕਿ ਉਮੀਦਾਂ ਲੈ ਕੇ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਸੱਤਾ ਸੌਂਪੀ ਹੈ ਉਮੀਦਾਂ ਜ਼ਿਆਦਾ ਹੋ ਗਈਆਂ ਵਾਅਦੇ ਵੀ ਤੁਹਾਡੇ ਗਰੰਟੀਆਂ ਵਾਲੇ ਨੇ ਤੇ ਉਹ ਆਪਾਂ ਪਰਤ ਗੱਲ ਕਰਦੇ ਹਾਂ ਤੇ ਇਹ ਜਿਹੜਾ ਕਰੋਨਾ ਯੋਧਿਆਂ ਦੀ ਗੱਲ ਸੀ ਉਹ 'ਚ ਸੀ ਪਹਿਲਾਂ ਨਹੀਂ 25000 ਤਨਖਾਹ ਸੀਗੀ ਹੁਣ 10000 ਕੁਛ ਰਹਿ ਗਈ ਹੈ ਤੇ ਇਹਨਾਂ ਦੀਆਂ ਪੋਸਟਾਂ ਵੀ ਬੜੀ ਦੂਰ ਤੱਕ ਕਰਤੀਆਂ ਉਹ ਬੜੀ ਦਿੱਕਤ ਵਾਲਾ ਮਸਲਾ ਜਿਹਾ ਬਣ ਗਿਆ ਇਹ ਬਿਜਲੀ ਦੇ ਬਿੱਲਾਂ ਦੀ ਗੱਲ ਕਰੀਏ 72 ਲੱਖ 'ਚ 52 ਲੱਖ ਦੀ ਆਪਾਂ ਕਹਿੰਦੇ ਜ਼ੀਰੋ ਬਿੱਲ ਆਇਆ ਉਹਦਾ ਇੱਕ ਵੱਡਾ ਅੰਕੜਾ ਬਣ ਜਾਣਾ ਫਿਰ ਹਜੇ ਆਪਾਂ ਆਪਣਾ ਔਰਤਾਂ ਨੂੰ ਦੇਣਾ 1000 ਰੁਪਈਆ ਤੇ ਉਹ ਕਿਵੇਂ ਮੇਨਟੇਨ ਕਰੂ ਵੀ ਜੇ ਲੀਡਰਾਂ ਦੇ ਮੁੰਡਿਆਂ ਨੂੰ ਲੀਡਰਾਂ ਨੂੰ ਫੋਨ ਫ੍ਰੀ ਮਿਲ ਸਕਦਾ ਬਿਜਲੀ ਫ੍ਰੀ ਮਿਲ ਸਕਦੀ ਆ ਕਾਰਾਂ ਬਿਜਲੀ ਡੀਜ਼ਲ ਸਭ ਫ੍ਰੀ ਮਿਲ ਸਕਦਾ ਹੈ ਏਅਰ ਫੇਅਰ ਹੋ ਸਕਦਾ ਉਹਨਾਂ ਦੀ ਫ੍ਰੀ ਰੇਲਵੇ ਫ੍ਰੀ ਹੋ ਸਕਦੀ ਹੈ ਤੇ ਆਮ ਜਿਹੜੇ ਲੋਕ ਹੈ ਦੇਸ਼ ਦੇ ਜਾਂ ਮੁਲਕ ਦੇ ਜਾਂ ਸੂਬੇ ਦੇ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਤੇ ਉਹਨਾਂ ਦੇ ਬਜ਼ੁਰਗਾਂ ਦੀ ਦਵਾਈ ਇਹ ਸਰਕਾਰਾਂ ਦਾ ਫਰਜ਼ ਨਹੀਂ ਜਿਹੜਾ ਕਿ ਪੰਜਾਬ ਵਾਂਝਾ ਰਿਹਾ ਤੁਸੀਂ ਦੇਖੋ ਮੈਂ ਤੁਹਾਨੂੰ 2-3 ਐਗਜ਼ਾਮਪਲ ਹੀ ਦੇ ਦਿੰਦਾ ਤੁਸੀਂ ਗੱਲ ਹੀ ਛੱਡੋ ਆਪਾਂ ਜ਼ਿਆਦਾ ਪੰਜਾਬ ਰੋਡਵੇਜ਼ ਘਾਟੇ 'ਚ ਰਹੀ ਤੇ ਪ੍ਰਾਈਵੇਟ ਫਲੀਟ ਜਿਹੜੀਆਂ ਫਾਇਦੇ 'ਚ ਰਹੀਆਂ ਯਾਨੀ ਕਿ ਪੰਜਾਬ ਦੀਆਂ ਸੜਕਾਂ ਵੀ ਉੱਥੇ ਪੰਜਾਬ ਦੇ ਲੋਕ ਟਰੈਵਲ ਕਰਨ ਵਾਲੇ ਵੀ ਉਹੀ ਰੂਟ ਵੀ ਉਹ ਇਹਦਾ ਮਤਲਬ ਮਕੈਨਿਜ਼ਮ 'ਚ ਕਮੀ ਸੀ 8 ਸਾਲ ਦੀ ਉਹਨਾਂ ਦੀ ਮੈਂਬਰ ਪਾਰਲੀਮੈਂਟ ਦੀ ਰਾਜਨੀਤੀ ਦੇਖ ਲਓ ਉਹਨਾਂ ਦੀ ਪੋਲਿਟਿਕਸ 'ਚ ਆ ਕੇ ਆਪਣੀ ਜਿਹੜੀ ਬਣਾਈ ਜਾਇਦਾਦ ਵੀ ਬਣੀ ਤੇ ਨਹੀਂ ਕੀ ਉਹ ਇੱਕ ਮਕਸਦ ਮਿਸ਼ਨ ਤੇ ਆ ਕਮਿਸ਼ਨ ਤੇ ਨਹੀਂ ਚਲੋ ਵੈਸੇ ਤੁਹਾਡੇ ਕੋਲੇ ਬੈਕਫੀਲਡ ਪਤਾ ਨਹੀਂ ਕਿੱਥੋਂ ਆਈ ਪਰ ਨਹੀਂ ਮੈਂ ਦੱਸਦਾ ਜਿਹੜੀ ਤੁਸੀਂ ਬੱਸਾਂ ਦੀ ਕੋਈ ਗੱਲ ਬੜੀ ਸਪਸ਼ਟ ਦੇਖਣ ਵੀ ਲੱਗ ਜੂ ਜਿਹੜੀਆਂ ਬੱਸਾਂ ਖੜੀਆਂ ਨੇ ਚੱਲਣਗੀਆਂ ਕਦੋਂ ਨਹੀਂ ਮੇਰੀ ਜਾਣਕਾਰੀ ਤੇ ਨਹੀਂ ਖੜੀਆਂ ਤੁਹਾਡੀ ਜਾਣਕਾਰੀ ਕਾਫੀ ਸੰਖਿਆ 'ਚ ਬੱਸਾਂ ਖੜੀਆਂ ਉਹਦੇ ਕੀ ਕਾਰਨ ਹੈ ਖੜੀ ਜੇ ਫਿਰ ਤੁਹਾਨੂੰ ਇਹ ਵੀ ਪਤਾ ਹੋਊਗਾ ਹਾਂ ਮੈਂ ਤੁਹਾਨੂੰ ਦੱਸਿਆ ਵੀ ਉਹ ਹਜੇ ਪੋਸਟਾਂ ਭਰਨ ਵਾਲੀਆਂ ਨੇ ਪੋਸਟਾਂ ਭਰਨੀਆਂ ਅਲੱਗ ਗੱਲ ਹੈ ਸਕਰੋਲ ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਲਿਬਰੇਟ ਕਲਿੱਕ ਲੈ ਕੇ ਹਾਜ਼ਰ ਹਾਂ ਮੈਂ ਲਿਬਰੇਟ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਦੀ ਉਹ ਸੱਤਾਧਾਰੀ ਪਾਰਟੀ ਬਾਰੇ ਜਿਸ ਨੂੰ ਪੰਜਾਬ ਦੇ ਲੋਕਾਂ ਨੇ ਇੰਨਾ ਬਹੁਮਤ ਦਿੱਤਾ ਇੰਨਾ ਭਰੋਸਾ ਦਿਵਾਇਆ ਇੰਨਾ ਭਰੋਸਾ ਕੀਤਾ ਕਿ ਉਹ ਹੁਣ ਸਰਕਾਰ ਉਸ ਭਰੋਸੇ 'ਤੇ ਪੂਰੀ ਉਤਰ ਰਹੀ ਹੈ ਜਾਂ ਨਹੀਂ ਜਾਂ ਕਿਹੜੇ ਸਵਾਲ ਉੱਤਰ ਰਹੇ ਨੇ ਮੇਰੇ ਨਾਲ ਨੇ ਸਰਦਾਰ ਮਲਵਿੰਦਰ ਸਿੰਘ ਕੰਗ ਜੀ ਜੋ ਹਲਕਾ ਲੋਕ ਸਭਾ ਸ਼੍ਰੀ ਅਨੰਦਪੁਰ ਸਾਹਿਬ ਦੇ ਇੰਚਾਰਜ ਨੇ ਤੇ ਪੰਜਾਬ ਆਪ ਦੇ ਮੁੱਖ ਬੁਲਾਰੇ ਨੇ ਦਰਸ਼ਕਾਂ 'ਚ ਵਕਫਾ ਨਾ ਬਣਦੇ ਹੋਏ ਸਿੱਧਾ ਉਹਨਾਂ ਕੋਲ ਚੱਲਦੇ ਹਾਂ ਮਲਵਿੰਦਰ ਕੰਗ ਸਾਹਿਬ ਤੁਹਾਡਾ ਸਕਰੋਲ ਪੰਜਾਬ 'ਤੇ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ ਸ਼ੁਕਰੀਆ ਤੁਹਾਡੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਕੰਗ ਸਾਹਿਬ ਪਹਿਲਾਂ ਆਪਾਂ ਮਿੱਠੀਆਂ ਗੱਲਾਂ ਤੋਂ ਸ਼ੁਰੂ ਕਰਦੇ ਹਾਂ ਪਿਛਲੇ ਦਿਨ ਹੀ ਮਾਨ ਸਾਹਿਬ ਨੇ ਜਿਹੜਾ ਹਰਾ ਪੈਨ ਚਲਾਇਆ ਕਹਿੰਦੇ ਸੀ ਚਲਾਇਆ ਤੇ ਕਾਫੀ ਵੱਡੀ ਸੰਖਿਆ 'ਚ ਨੌਕਰੀਆਂ ਦਿੱਤੀਆਂ ਪਰ ਉਹ 'ਚ ਕੁਝ ਝੋਲ ਨਜ਼ਰ ਆਉਂਦੇ ਨੇ ਜਿਵੇਂ ਕਿ 58 ਸਾਲ ਦੀ ਉਮਰ ਫਿਰ ਉੱਥੇ ਸੇਵਾ ਰੂਲ ਲਾਗੂ ਨਹੀਂ ਹੋਣੇ ਉਹ ਕਿਉਂ ਕੀਤੇ ਨਹੀਂ ਸੇਵਾ ਰੂਲ ਲਾਗੂ ਨਹੀਂ ਕੀਤੇ ਐਕਚੁਅਲ 'ਚ ਸਰਕਾਰ ਨੇ ਕੋਸ਼ਿਸ਼ ਕੀਤੀ ਆ ਵੀ ਜਿਨ੍ਹਾਂ ਦਾ ਲੰਬਾ ਅਰਸਾ ਬੀਤ ਗਿਆ ਜੌਬ 'ਚ ਮੰਨ ਲਓ ਕੋਈ 10 ਸਾਲ ਹੋ ਗਏ ਕੋਈ 15 ਹੋ ਗਏ ਕੋਈ 18 ਵੀ ਹੋ ਗਏ ਜੀ ਉਹਨਾਂ ਨੂੰ ਪਿਛਲੇ ਲੰਮੇ ਸਮੇਂ ਤੋਂ ਜਿਹੜਾ ਆ ਨਾ ਤੇ ਪੱਕੇ ਕਰਨ ਵਾਲੇ ਪਾਸੇ ਕੋਈ ਚੱਲਿਆ ਗਿਆ ਨਾ ਉਹਨਾਂ ਨੂੰ ਜਿਹੜੇ ਬੈਨੀਫਿਟ ਮਿਲਣੇ ਚਾਹੀਦੇ ਸੀ ਸਰਵਿਸ ਦੇ ਜਿਹੜੇ ਉਹਨਾਂ ਦੇ ਮੁੱਢਲੇ ਅਧਿਕਾਰ 'ਚ ਹੁੰਦੇ ਆ ਉਹ ਨਹੀਂ ਦੇਖੇ ਗਏ ਤਾਂ ਦੇਖੋ ਇੱਕ ਤੇ ਇਹ ਗੱਲ ਹੈ ਵੀ ਸਰਕਾਰ ਨੇ ਪਹਿਲੇ ਹੀ 6 ਮਹੀਨਿਆਂ ਦੇ ਅੰਦਰ ਨੌਕਰੀਆਂ ਦੇਣੀਆਂ ਸ਼ੁਰੂ ਕਰਤੀਆਂ ਜਿਹੜੇ ਲੰਮੇ ਸਮੇਂ ਤੋਂ ਲਟਕੇ ਮਾਮਲੇ ਸੀ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਈਵਨ ਕਾਂਗਰਸ ਦੇ ਮੁੱਖ ਮੰਤਰੀ ਸਾਹਿਬ ਤੇ ਮਤਲਬ 36000 ਪੱਕੇ ਕਰਨ ਦਾ ਦਾਅਵਾ ਵੀ ਕਰ ਗਏ ਸੀ ਨੋਟੀਫਿਕੇਸ਼ਨ ਦੀਆਂ ਵੀ ਪਤਾ ਨਹੀਂ ਨਕਲੀ ਕਿ ਅਸਲੀ ਜੀ ਉਹ ਸਾਰਿਆਂ ਨੂੰ ਪ੍ਰੋਸੈਸ ਜਿਹੜਾ ਹੈ ਜਿਹਦੇ 'ਚ ਪਹਿਲ ਦੇ ਆਧਾਰ ਤੇ ਕੋਸ਼ਿਸ਼ ਕੀਤੀ ਹੈ ਜਿਨ੍ਹਾਂ ਨੂੰ ਲੰਬਾ ਅਰਸਾ ਹੋ ਗਿਆ ਪਹਿਲਾਂ ਉਹਨਾਂ ਨੂੰ ਕਰੀਏ ਫਿਰ ਸਹੀ ਸਾਰਿਆਂ ਦੀ ਵਾਰੀ ਆ ਜੂਗੀ ਯਾਨੀ ਕਿ ਇਹ ਜਿਹੜਾ ਨੁਕਤਾ ਵਰਤਿਆ ਗਿਆ ਕਿਤੇ ਤਾਂ ਵੀ ਜਿਹੜੀ ਕਾਨੂੰਨੀ ਅੜਚਣਾ ਪੈਂਦੀਆਂ ਸਨ ਜਾਂ ਉਹ ਸੀ ਪਰ ਕਿਤੇ ਨਾ ਕਿਤੇ ਜਿਹੜੇ 58 ਸਾਲ ਦੀ ਉਮਰ ਕੀਤੀ ਹੈ ਜਾਂ ਜਿਹੜੇ ਸੇਵਾ ਰੂਲ ਜਿਹੜੇ
ਰੈਗੂਲਰ ਤੇ ਲਾਗੂ ਹੁੰਦੇ ਆ ਉਹ ਪੂਰੇ ਨਹੀਂ ਨਹੀਂ ਲੱਗਦੇ। 58 ਸਾਲ ਪੰਜਾਬ 'ਚ ਵੈਸੀ ਸਰਵਿਸ ਰੂਲ ਜਿਹੜਾ ਪੰਜਾਬ ਦੀ ਉਹ 58 ਸਾਲ ਹੀ ਹੈ, ਇਸ ਤੋਂ ਕੋਈ ਦੋ ਰਾਹ ਹੀ ਨਹੀਂ ਹੈ। ਅੱਛਾ, ਹਾਂ, ਇਹਦੇ 'ਚ ਇਹ ਆਇਆ ਵੀ ਪਹਿਲਾਂ ਜਿਹੜੇ 10 ਸਾਲ ਤੋਂ ਉੱਪਰ ਵਾਲੇ ਆ ਜਿਨ੍ਹਾਂ ਨੂੰ ਟਾਈਮ ਹੋ ਗਿਆ 10 ਜਾਂ 10 ਤੋਂ ਉੱਪਰ, ਪਹਿਲਾਂ ਉਹਨਾਂ ਨੂੰ ਪੱਕਾ ਕੀਤਾ। ਦੇਖੋ ਉਹਨਾਂ ਦਾ ਬਣਦਾ ਵੀ ਉਹਨਾਂ ਨੂੰ ਜ਼ਿਆਦਾ, ਜਿਹੜਾ ਮੰਨ ਲਓ ਪਿਛਲੇ 2-3 ਸਾਲ ਤੋਂ ਲੱਗਿਆ ਜਾਂ 5 ਸਾਲ ਤੋਂ ਲੱਗਿਆ, ਵਾਰੀ ਉਹਨਾਂ ਦੀ ਵੀ ਆ ਜਾਣੀ ਹੈ। ਜੀ, ਕੋਸ਼ਿਸ਼ ਇਹ ਕੀਤੀ ਹੈ ਜਿਹੜੇ ਲੰਮੇ ਸਮੇਂ ਤੋਂ ਵੇਟ ਕਰ ਰਹੇ ਸੀ, ਚਾਹੇ ਉਹ ਬਾਦਲ ਸਾਹਿਬ ਦੀ ਸਰਕਾਰ ਨਿਕਲ ਗਈ, ਕਾਂਗਰਸ ਦੀ ਨਿਕਲ ਗਈ, ਉਹ ਵਿਚਾਰੇ ਉੱਥੇ ਦੇ ਉੱਥੇ ਹੀ, ਉਹਨਾਂ ਨੂੰ ਮਤਲਬ ਉਹਨਾਂ ਦਾ ਬਣਦਾ ਅਧਿਕਾਰ ਮਾਨ ਸਾਹਿਬ ਨੇ ਦਿੱਤਾ। ਚਲੋ ਫਿਰ ਆਪਾਂ ਦੂਸਰੀ ਗੱਲ ਕਰਦੇ ਹਾਂ। ਕਰੋਨਾ ਵੇਲੇ 300 ਦੇ ਕਰੀਬ ਰੱਖੇ ਗਏ ਸੀਗੇ ਕਰੋਨਾ ਯੋਧਾ। ਹਾਂ, ਉਹਨਾਂ ਨੂੰ ਉਹਨਾਂ ਦੀ ਲਿਸਟ ਵੀ ਬਣੀ ਵਧੀਆ ਤਰੀਕੇ ਨਾਲ, ਉਹਨਾਂ ਦੇ ਮਨਮਰਜ਼ੀ ਦੇ ਸਟੇਸ਼ਨ ਵੀ ਦਿੱਤੇ ਗਏ ਸੀਗੇ। ਹੁਣ ਇੱਕਦਮ 60% ਦੀ ਉਹਨਾਂ ਦੀ ਜਿਹੜੀ 25,000 ਰੁਪਏ ਤਨਖਾਹ ਸੀਗੀ 60% ਦੀ ਉਹ 'ਚ ਕਟੌਤੀ ਕਰ ਦਿੱਤੀ। ਦੇਖੋ ਇਸ ਤਰ੍ਹਾਂ ਹੋਇਆ, ਮੈਂ ਤੁਹਾਨੂੰ ਦੱਸਾਂ ਹੋਇਆ ਕੀ ਹੈ ਜੀ। ਪਹਿਲਾਂ ਤੇ ਇਹਨਾਂ ਨੂੰ ਚੇਤਾ ਹੀ ਨਹੀਂ ਆਉਂਦਾ ਸੀ ਵੀ ਨੌਕਰੀਆਂ ਦੇਣੀਆਂ ਜੀ। ਫਿਰ ਕੋਈ ਇਮਰਜੈਂਸੀ ਕਾਰਨ ਬਣ ਜਾਂਦੇ ਸੀ। ਫੋਰ ਐਗਜ਼ਾਮਪਲ ਆਖੇ ਜੀ ਟੈਰਰਿਸਟ ਵਿਕਟਮ ਆ ਗਏ, ਕੁਝ ਤੁਸੀਂ ਦੇਖਿਆ ਹੋਣਾ, ਬੜਾ ਚੱਲਿਆ ਇਸ਼ੂ ਕਾਂਗਰਸ ਦੀ ਸਰਕਾਰ 'ਚ ਹੀ, ਬਾਜਵਾ ਪਰਿਵਾਰ ਨੂੰ ਨੌਕਰੀ ਦੇ ਦਿਓ ਜੀ, ਬੇਅੰਤ ਸਿੰਘ ਪਰਿਵਾਰ ਨੂੰ ਦੇ ਦਿਓ ਜੀ, ਫਲਾਨਾ ਟੈਰਰਿਜ਼ਮ ਵਿਕਟਮ, ਮਤਲਬ ਆਪਣੇ ਬੰਦੇ ਸੱਟ। ਫਿਰ ਕਰੋਨਾ ਕਾਲ ਆਇਆ, ਉਹਨਾਂ 'ਚ ਕੁਝ ਲੋਕਾਂ ਨੇ ਆਊਟਸਟੈਂਡਿੰਗ ਕੰਮ ਕੀਤਾ, ਉਹਨਾਂ ਨੂੰ ਚਲੋ ਕੋਈ ਮਾੜੀ ਗੱਲ ਨਹੀਂ, ਲੇਕਿਨ ਪੰਜਾਬ 'ਚ ਨੌਕਰੀਆਂ ਦੇਣ ਦਾ ਇੱਕ ਪ੍ਰੋਪਰ ਪ੍ਰੋਸੈਸ ਹੈ, ਇੱਕ ਪ੍ਰੋਵੀਜ਼ਨ ਹੈ, ਇੱਕ ਗਾਈਡਲਾਈਨਸ ਹੈ, ਉਹਨੂੰ ਫੋਲੋ ਤੇ ਕਰਨਾ ਹੀ ਪਊਗਾ ਨਾ ਸਰਕਾਰ। ਐਗਜ਼ੈਕਟਲੀ ਹੁਣ 1158 ਲੈਕਚਰਰ ਭਰਤੀ ਕੀਤੀ ਇਹਨਾਂ ਨੇ ਜੀ, ਔਰ ਮਾਨਯੋਗ ਹਾਈ ਕੋਰਟ ਨੇ ਹੁਣ ਜਿਹੜਾ ਆ ਉਹ ਸਾਰੀਆਂ ਨਿਯੁਕਤੀਆਂ ਰੱਦ ਕਰਤੀਆਂ। ਪੀਪੀਐਸਸੀ ਦੇ ਥਰੂ ਉਹ ਭਰਤੀ ਹੋਣੀ ਸੀ, ਪਹਿਲਾਂ ਤਾਂ ਪੀਪੀਐਸਸੀ ਦੇ ਥਰੂ ਨਹੀਂ ਹੋਈ। ਫਿਰ ਉਹਦੇ 'ਚ ਕਈ ਤਰ੍ਹਾਂ ਦੇ ਐਕਸਪੀਰੀਅੰਸ ਨੂੰ ਲੈ ਕੇ, ਉਹਨਾਂ ਦੀ ਮੈਰਿਟ ਨੂੰ ਲੈ ਕੇ ਕਈ ਤਰ੍ਹਾਂ ਦੇ ਮਤਲਬ ਆਊਟ ਰੂਲ ਕਰਤਾ। ਉਹਦੇ ਚੱਕਰ 'ਚ ਉਹ ਜਿਹੜੇ ਹਾਲਾਂਕਿ ਉਹਨਾਂ ਦਾ ਕੋਈ ਕਸੂਰ ਨਹੀਂਗਾ, ਉਹ ਪਿਛਲੀ ਨੌਕਰੀ ਵੀ ਛੱਡ ਬੈਠੇ ਕਰਦੇ ਨੇ। ਸੋ ਸਾਡਾ ਇਹ ਮੰਨਣਾ ਆ ਕਿ ਇੱਕ ਤੇ ਨੌਕਰੀ ਸਾਰਿਆਂ ਨੂੰ ਮਿਲੇ, ਦੂਜੀ ਅਕੋਰਡਿੰਗ ਟੂ ਰੂਲ ਮਿਲੇ, ਲਾਅ ਦੇ ਹਿਸਾਬ ਨਾਲ, ਕਾਨੂੰਨ ਦੇ ਹਿਸਾਬ ਨਾਲ ਮਿਲੇ, ਤੀਜਾ ਇਹਨਾਂ ਲੋਕਾਂ ਨੂੰ ਕੋਰਟ ਕਚਹਿਰੀਆਂ 'ਚ ਖੱਜਲ ਖਰਾਬ ਨਾ ਹੋਣਾ ਪਵੇ। ਸਭ ਤੋਂ ਜ਼ਰੂਰੀ ਗੱਲ ਮਾਨ ਸਾਹਿਬ ਵਾਸਤੇ ਇਸੇ ਕਰਕੇ ਜਦੋਂ 36,000 ਕੱਚੇ ਮੁਲਾਜ਼ਮ ਪੱਕੀ ਕਰਨ ਦੀ ਗੱਲ ਛਿੜੀ, ਇਮੀਡੀਏਟਲੀ ਉਹਨਾਂ ਨੇ ਇੱਕ ਸਬ ਕਮੇਟੀ ਬਣਾਤੀ ਹਰਪਾਲ ਚੀਮਾ ਜੀ ਦੀ ਅਗਵਾਈ 'ਚ, ਤਾਂ ਕਿ ਇਹਦੀਆਂ ਲੀਗਲ ਕੰਪਲਿਕੇਸ਼ਨਸ ਜਿਹੜੀਆਂ ਉਹ ਦੂਰ ਕੀਤੀਆਂ। ਹਾਂ, ਨਹੀਂ ਉਹਦੇ 'ਚ ਨਾ ਇੱਕ ਕੰਗ ਸਾਹਿਬ ਗੱਲ ਇਸ ਤਰ੍ਹਾਂ ਸੀ ਕਿ ਮਾਨ ਸਰਕਾਰ ਤੋਂ ਬਹੁਤ ਜ਼ਿਆਦਾ ਜਾਣੀ ਕਿ ਉਮੀਦਾਂ ਲੈ ਕੇ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਸੱਤਾ ਸੌਂਪੀ ਹੈ। ਉਮੀਦਾਂ ਜ਼ਿਆਦਾ ਹੋ ਗਈਆਂ, ਵਾਅਦੇ ਵੀ ਤੁਹਾਡੇ ਗਰੰਟੀਆਂ ਵਾਲੇ ਨੇ, ਤੇ ਉਹ ਆਪਾਂ ਪਰਤ ਦਰ ਪਰਤ ਗੱਲ ਕਰਦੇ ਹਾਂ। ਤੇ ਇਹ ਜਿਹੜਾ ਕਰੋਨਾ ਯੋਧਿਆਂ ਦੀ ਗੱਲ ਸੀ ਉਹ 'ਚ ਇਹ ਸੀਗੀ ਪਹਿਲਾਂ ਨਹੀਂ 25,000 ਤਨਖਾਹ ਸੀਗੀ, ਹੁਣ 10,000 ਕੁਛ ਰਹਿ ਗਈ ਹੈ, ਤੇ ਇਹਨਾਂ ਦੀਆਂ ਪੋਸਟਾਂ ਵੀ ਬੜੀ ਦੂਰ ਤੱਕ ਕਰਤੀਆਂ। ਉਹ ਬੜੀ ਦਿੱਕਤ ਵਾਲਾ ਮਸਲਾ ਜਿਹਾ ਬਣ ਗਿਆ। ਇਹ ਮੈਨੂੰ ਲੱਗਦਾ ਵੀ ਹਜੇ ਤਾਂ ਸ਼ੁਰੂਆਤ ਹੈ, ਇਹਨਾਂ ਦੀ ਵਾਰੀ ਵੀ ਆ ਜਾਊਗੀ, ਕੋਈ ਐਸੀ ਗੱਲ ਨਹੀਂ। ਸਾਰਿਆਂ ਨੂੰ ਨੌਕਰੀਆਂ ਦੇਣੀਆਂ, ਲੇਕਿਨ ਦੇਣੀਆਂ ਡਿਊ ਪ੍ਰੋਸੈਸ ਨਾਲ। ਹਾਂ, ਚਲੋ ਫਿਰ ਆਪਾਂ ਗੱਲ ਕਰਦੇ ਹਾਂ ਜਿਹੜੀ ਪੰਜਾਬ ਦੇ ਕਰਜ਼ ਦੀ ਬੜੀ ਗੱਲ ਕਰਦੇ ਹਾਂ। ਆਪਣਾ ਜਾਣੀ ਕਿ GDP ਦਾ 53% ਕਰਜ਼ ਦੀ ਕਿਸ਼ਤ ਚਲਾ ਜਾਂਦਾ ਹੈ, ਤੇ ਆਪਾਂ ਕੁਝ ਡਾਟੇ ਦਿੱਤੇ ਸੀਗੇ, ਉਹ ਵੀ ਇੰਨੇ ਨਹੀਂ ਬਣਦੇ, ਕਿਉਂਕਿ ਜਿਹੜੇ ਆਪਣੇ ਗਰੰਟੀਆਂ ਦਿੱਤੀਆਂ ਹੋਈਆਂ ਨੇ, ਜੇ ਆਪਾਂ ਬਿਜਲੀ ਦੇ ਬਿੱਲਾਂ ਦੀ ਗੱਲ ਕਰੀਏ, 72 ਲੱਖ 'ਚ 52 ਲੱਖ ਦੀ ਆਪਾਂ ਕਹਿੰਦੇ ਜ਼ੀਰੋ ਬਿੱਲ ਆਇਆ, ਉਹਦਾ ਇੱਕ ਵੱਡਾ ਅੰਕੜਾ ਬਣ ਜਾਣਾ। ਫਿਰ ਹਜੇ ਆਪਾਂ ਆਪਣਾ ਔਰਤਾਂ ਨੂੰ ਦੇਣਾ 1000 ਰੁਪਈਆ, ਤੇ ਉਹ ਕਿਵੇਂ ਮੇਨਟੇਨ ਕਰੋ? ਪਹਿਲੀ ਗੱਲ ਤੇ ਇਹ ਆ ਵੀ ਸਾਡਾ ਇਹ ਮੰਨਣਾ ਹੈ, ਆਮ ਆਦਮੀ ਪਾਰਟੀ ਦੀ ਪੋਲਿਟਿਕਸ ਜਿਹੜੀ ਹੈ ਜਾਂ ਅਰਵਿੰਦ ਕੇਜਰੀਵਾਲ ਜੀ ਦੀ ਪੋਲਿਟਿਕਸ ਇਹ ਆ ਵੀ ਜੇ ਲੀਡਰਾਂ ਦੇ ਮੁੰਡਿਆਂ ਨੂੰ, ਲੀਡਰਾਂ ਨੂੰ ਫੋਨ ਫ੍ਰੀ ਮਿਲ ਸਕਦਾ, ਬਿਜਲੀ ਫ੍ਰੀ ਮਿਲ ਸਕਦੀ ਆ, ਕਾਰਾਂ, ਬਿਜਲੀ, ਡੀਜ਼ਲ ਸਭ ਫ੍ਰੀ ਮਿਲ ਸਕਦਾ ਹੈ, ਏਅਰ ਫੇਅਰ ਹੋ ਸਕਦਾ ਉਹਨਾਂ ਲਈ ਫ੍ਰੀ, ਰੇਲਵੇ ਫ੍ਰੀ ਹੋ ਸਕਦੀ ਆ, ਤੇ ਆਮ ਜਿਹੜੇ ਲੋਕ ਹੈ ਦੇਸ਼ ਦੇ ਜਾਂ ਮੁਲਕ ਦੇ ਜਾਂ ਸੂਬੇ ਦੇ, ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਤੇ ਉਹਨਾਂ ਦੇ ਬਜ਼ੁਰਗਾਂ ਦੀ ਦਵਾਈ, ਇਹ ਸਰਕਾਰਾਂ ਦਾ ਫਰਜ਼ ਨਹੀਂ ਹੈ, ਇਹ ਸਰਕਾਰਾਂ ਦੀ ਜ਼ਿੰਮੇਵਾਰੀ ਨਹੀਂ ਹੈ। ਨਹੀਂ, ਫਰਜ਼ ਤਾਂ ਹੈ। ਗੱਲ ਇਹ ਹੈ ਕਿ ਮੈਂ ਦੱਸਦਾ ਆਓ ਕਿੱਥੋਂ, ਮੈਂ ਦੱਸਦਾ ਨਾ ਜੀ, ਤੁਸੀਂ ਤੁਹਾਡਾ ਕੰਸਰਨ ਹੈ ਵੀ ਇਕਨੋਮਿਕਲੀ ਇਹ ਕਿਸ ਤਰ੍ਹਾਂ ਮੈਨੇਜ ਹੋਊਗਾ ਜੀ। ਦੇਖੋ, ਸਰਕਾਰਾਂ ਕੋਲ ਰਿਸੋਰਸ ਦੀ ਕਮੀ ਨਹੀਂ ਹੁੰਦੀ, ਪੈਸੇ ਦੀ ਵੀ ਕਮੀ ਨਹੀਂ ਹੁੰਦੀ, ਜ਼ਰੂਰਤ ਹੁੰਦੀ ਹੈ ਬੈਸਟ ਮੈਕੈਨਿਜ਼ਮ ਦੀ ਤੇ ਇਮਾਨਦਾਰ ਅਗਵਾਈ ਦੀ ਜੀ। ਇਹ ਬਹੁਤ ਇੰਪੋਰਟੈਂਟ ਪਾਰਟ ਹੈ ਜੀ, ਜਿਹੜਾ ਕਿ ਪੰਜਾਬ ਵਾਂਝਾ ਰਿਹਾ। ਤੁਸੀਂ ਦੇਖੋ, ਮੈਂ ਤੁਹਾਨੂੰ 2-3 ਐਗਜ਼ਾਮਪਲ ਹੀ ਦੇ ਦਿੰਦਾ, ਤੁਸੀਂ ਗੱਲ ਹੀ ਛੱਡੋ ਆਪਾਂ ਜ਼ਿਆਦਾ। ਪੰਜਾਬ ਰੋਡਵੇਜ਼ ਘਾਟੇ 'ਚ ਰਹੀ ਤੇ ਪ੍ਰਾਈਵੇਟ ਫਲੀਟ ਜਿਹੜੀਆਂ ਫਾਇਦੇ 'ਚ ਰਹੀਆਂ, ਯਾਨੀ ਕਿ ਪੰਜਾਬ ਦੀਆਂ ਸੜਕਾਂ ਵੀ ਉੱਥੇ, ਪੰਜਾਬ ਦੇ ਲੋਕ ਟਰੈਵਲ ਕਰਨ ਵਾਲੇ ਵੀ ਉਹੀ, ਰੂਟ ਵੀ ਉਹ, ਇਹਦਾ ਮਤਲਬ ਮੈਕੈਨਿਜ਼ਮ 'ਚ ਕਮੀ ਸੀ, ਇਹਦਾ ਮਤਲਬ ਸਵਾਰੀਆਂ ਤਾਂ ਨਹੀਂ ਘੱਟ ਸੀ ਜੀ। ਪੰਜਾਬ ਦੀ ਐਕਸਾਈਜ਼ ਪਾਲਿਸੀ ਨਾਲ ਪੰਜਾਬ ਦੇ ਪ੍ਰਾਈਵੇਟ ਠੇਕੇਦਾਰਾਂ ਨੂੰ ਫਾਇਦਾ ਹੋ ਰਿਹਾ ਤੇ ਪੰਜਾਬ ਦੇ ਐਕਸਾਈਜ਼ ਡਿਪਾਰਟਮੈਂਟ ਨੂੰ ਘਾਟਾ ਪੈ ਰਿਹਾ। ਦੱਸੋ ਇਹਦੇ ਲਈ ਜ਼ਿੰਮੇਵਾਰ ਕੌਣ ਹੈ?
ਇਹਦਾ ਮਤਲਬ ਮੈਕੈਨਿਜ਼ਮ 'ਚ ਦਿੱਕਤ ਹੈ ਨਾ। ਮੈਂ ਐਗਜ਼ਾਮਪਲ ਹੀ ਦੇ ਰਿਹਾ ਨਾ ਤੁਹਾਨੂੰ। ਚਲੋ ਮੈਂ ਵੀ ਮੈਂ ਤੁਹਾਡੀ ਚਲ ਗੱਲ ਪੂਰੀ ਕਰੋ। ਹੁਣ ਹੁੰਦਾ ਕੀ ਆ ਕਿ ਹੁੰਦਾ ਕੀ ਰਿਹਾ ਵੀ ਜਿਹੜੇ ਵੱਡੇ ਰਿਸੋਰਸ ਸੀ ਸੂਬੇ ਦੇ, ਉਹਨਾਂ ਤੇ ਵੱਧ ਤੋਂ ਵੱਧ ਜਿਹੜੀ ਮੋਨੋਪੋਲੀ ਬਣ ਗਈ ਪ੍ਰਾਈਵੇਟ ਕਾਰੋਬਾਰੀਆਂ ਦੀ ਜਾਂ ਪ੍ਰਾਈਵੇਟ ਲੋਕਾਂ ਦੀ ਜਾਂ ਪੋਲੀਟੀਕਲ ਜਿੰਨਾ 'ਚ ਇੰਟਰਸਟ ਪੈਦਾ ਹੋ ਗਏ ਉਹਨਾਂ ਲੋਕਾਂ ਜੀ, ਉਹਦੇ ਨਾਲ ਕਿ ਸੂਬੇ ਖਜ਼ਾਨੇ ਨੂੰ ਕਮੀ ਹੁੰਦੀ ਰਹੀ। ਮੈਨੂੰ ਇਹ ਦੱਸੋ ਵੀ ਬਾਦਲ ਸਾਹਿਬ ਤੇ ਕਹਿ ਰਹੇ ਮੈਂ 5 ਸਟਾਰ ਬਣਾ ਲਏ ਤੇ ਪੰਜਾਬ ਤੇ 3 ਲੱਖ ਕਰੋੜ ਦਾ ਕਰਜ਼ਾ ਹੈ। ਕੈਪਟਨ ਸਾਹਿਬ ਕਹਿੰਦੇ ਵੀ ਮੈਂ ਤੇ ਕਰਜ਼ੇ ਸੀਗਾ ਜਦੋਂ 2002 ਚ ਸੀਐਮ ਬਣਿਆ। ਇਹ ਸਾਰੇ ਆਮ ਧਾਰਨਾ ਹੈ, ਲੋਕਾਂ 'ਚ ਚਰਚਾ ਹੈ ਜੀ ਵੀ ਮੋਤੀ ਮਹਿਲ ਵੀ ਵਿਕਾਊ ਹੋ ਗਿਆ ਹੈ ਤੇ ਹੁਣ ਸਿਸੋਂ ਵੀ ਬਣ ਗਿਆ। ਯਾਨੀ ਕਿ ਕਿਤੇ ਨਾ ਕਿਤੇ ਫੇਵਰ ਹੋਇਆ ਨਾ। ਸੋ ਅਸੀਂ ਇਹ ਆ, ਸਾਡੇ ਭਗਵੰਤ ਮਾਨ ਜੀ ਦੀ ਪੋਲਿਟਿਕਸ ਬੜੀ ਸਪਸ਼ਟ ਹੈ। 8 ਸਾਲ ਦੀ ਉਹਨਾਂ ਦੀ ਮੈਂਬਰ ਪਾਰਲੀਮੈਂਟ ਦੀ ਰਾਜਨੀਤੀ ਦੇਖ ਲਓ। ਉਹਨਾਂ ਦੀ ਪੋਲਿਟਿਕਸ 'ਚ ਆ ਕੇ ਆਪਣੀ ਜਿਹੜੀ ਬਣਾਈ ਜਾਇਦਾਦ ਵੀ ਵਿਕ ਗਈ, ਬਣੀ ਤੇ ਨਵੀਂ ਕੀ। ਉਹ ਇੱਕ ਮਕਸਦ ਮਿਸ਼ਨ ਤੇ ਆ, ਕਮਿਸ਼ਨ ਤੇ ਨਹੀਂ ਹੈ। ਸੋ ਅਸੀਂ ਚਾਹੁੰਦੇ ਬੈਸਟ ਮੈਕੈਨਿਜ਼ਮ ਦੇ ਕੇ ਲੋਕਾਂ ਨੂੰ ਸੁਵਿਧਾਵਾਂ ਦੇਣੀਆਂ ਔਰ ਪੰਜਾਬ ਦੀ ਇਕਨੋਮਿਕ ਢਾਂਚਾ ਮਜ਼ਬੂਤ ਕਰ। ਹਾਂ ਚਲੋ ਤੁਸੀਂ ਮੈਕੈਨਿਜ਼ਮ ਦੀ ਗੱਲ, ਜੇ ਆਪਾਂ ਤੁਸੀਂ ਕਹਿੰਦੇ ਆ ਬੱਸਾਂ ਦੀ ਗੱਲ ਹੈ, ਬੱਸਾਂ 700 ਤੋਂ ਜ਼ਿਆਦਾ ਆ ਗਈਆਂ ਆਪਣੇ ਫਲੀਟ ਦੇ ਵਿੱਚ, ਪਨਬਸ 'ਚ ਵੀ ਆ ਗਈਆਂ ਤੇ ਪੀਆਰਟੀਸੀ 'ਚ ਵੀ ਆ ਗਈਆਂ। ਉਹ ਵੱਡੀ ਸੰਖਿਆ ਬੱਸਾਂ ਖੜੀਆਂ ਨੇ। ਉਹ ਜਿਹੜੇ EMPLOYE ਨੇ ਉਹ ਕੁਝ ਹੜਤਾਲ ਤੇ ਨੇ ਤੇ ਉਹ ਖੜੀਆਂ ਕਿਉਂ ਨੇ? ਕਿਉਂਕਿ ਉਹ ਪੋਸਟਾਂ ਖਾਲੀ ਨੇ। ਸੈਕਿੰਡ, ਜਿਹੜੀ ਤੁਸੀਂ ਗੱਲ ਕੀਤੀ ਸੀ ਆਬਕਾਰੀ ਨੀਤੀ ਦੀ, ਆਬਕਾਰੀ ਨੀਤੀ ਲਾਗੂ ਹੀ ਨਹੀਂ ਹੋਈ ਹਜੇ ਤੱਕ। ਲਾਗੂ ਕੌਣ ਕਹਿੰਦਾ ਲਾਗੂ ਨਹੀਂ ਲਾਗੂ, ਉਹ ਰੇਟ ਚੱਲ ਨਹੀਂ ਰਹੇ। ਨਹੀਂ ਜਿਹੜੇ ਰੇਟ ਆਏ ਉਹ ਲਾਗੂ ਨਹੀਂ ਹੋਈ ਤੇ ਮੁੱਲਾ ਦਾ ਵਾਪਸ ਦੀ ਵੀ ਗੱਲ ਚੱਲਣੀ ਸ਼ੁਰੂ ਹੋ ਗਈ। ਨਹੀਂ ਉਹ ਐਵੇਂ ਅਫਵਾਹਾਂ ਹੈ। ਆਬਕਾਰੀ ਨੀਤੀ ਲਾਗੂ ਹੋ ਗਈ ਹੈ ਔਰ ਸਾਡਾ ਟੀਚਾ ਆਇਆ 9400। ਚੰਡੀਗੜ੍ਹ ਨਾਲੋਂ ਸਸਤੀ ਹੋ ਗਈ ਸ਼ਰਾਬ। ਹਾਂ ਨਹੀਂ, ਮੈਂ ਫੀਡਬੈਕ ਆਪ ਲੈਂਦਾ ਰਹਿਣਾ ਲੁਧਿਆਣੇ ਬਾਕੀ ਸ਼ਹਿਰਾਂ ਤੋਂ। ਔਰ ਚੰਡੀਗੜ੍ਹ ਨੂੰ ਸ਼ਰਾਬ ਸਸਤੀ ਹੋਈ ਆ, ਮਤਲਬ ਪੰਜਾਬ 'ਚ ਸ਼ਰਾਬ ਸਸਤੀ ਹੋਈ ਆ। ਪਰਟੀਕੂਲਰ ਬ੍ਰਾਂਡ ਦਾ ਤਾਂ ਮੈਨੂੰ ਪਤਾ ਨਹੀਂ ਹੁਣ ਕਿਹੜਾ ਕਿੱਦਾਂ ਹੁੰਦਾ ਹੈ। ਦੂਜਾ ਆਲੇ ਦੁਆਲੇ ਦੇ ਸੂਬਿਆਂ ਤੋਂ ਸਮਗਲਿੰਗ ਬੰਦ ਹੋਈ ਹੈ, ਨਕਲੀ ਸ਼ਰਾਬ ਦੀਆਂ ਫੈਕਟਰੀਆਂ ਬੰਦ ਹੋਈਆਂ ਹੈ। ਨਕਲੀ ਸ਼ਰਾਬ ਨੂੰ ਬਣਾਉਣ ਵਾਲਾ ਜਿਹੜਾ ਉਹ ਕੈਮੀਕਲ ਹੈ ਉਹ ਕਈ ਕਿਲੋ ਆਪਣਾ ਲੀਟਰ ਫੜਿਆ ਜਾ ਰਿਹਾ ਰੋਜ਼ਾਨਾ। ਇਹ ਪਹਿਲਾਂ ਤਾਂ ਨਹੀਂ ਕਦੀ ਫੜੇ ਜਾਂਦੇ। ਚਲੋ ਵੈਸੇ ਤੁਹਾਡੇ ਕੋਲੇ ਬੈਕਫੀਡ ਪਤਾ ਨਹੀਂ ਕਿੱਥੋਂ ਆਈ, ਪਰ ਨਹੀਂ ਮੈਂ ਦੱਸਦਾ ਜਿਹੜੀ ਤੁਸੀਂ ਬੱਸਾਂ ਦੀ ਦੇਖੋ, ਇੱਕ ਗੱਲ ਬੜੀ ਸਪਸ਼ਟ, ਭਰਤੀ ਤੇ ਹੋਈ ਨਹੀਂ ਨਾ। ਭਰਤੀ ਤੇ 96 ਤੋਂ ਲੈ ਕੇ ਗਵਰਨਮੈਂਟ ਕਾਲਜਾਂ 'ਚ ਵੀ ਨਹੀਂ ਹੋਈ। ਅਸੀਂ ਉਸ ਸਾਰੀ ਵਿਵਸਥਾ ਨੂੰ ਦਰੁਸਤ ਕਰਨ 'ਚ ਲੱਗੇ ਹੋਏ ਹਾਂ। ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਵੀ ਹੁਣੇ ਹੀ ਸਾਰਾ ਕੁਝ ਹੋ ਜਾਊਗਾ। ਮੈਂ ਤੁਹਾਨੂੰ ਸੰਭਾਵਨਾਵਾਂ ਦੱਸਦੀਆਂ ਵੀ ਇਹ ਪ੍ਰਾਈਵੇਟ ਫਾਇਦੇ 'ਚ ਹੋ ਰਿਹਾ, ਸਰਕਾਰੀ। ਔਰ ਇਹਦੇ ਸਾਲ ਡੇਢ ਸਾਲ ਤੁਸੀਂ ਦੇਖੋਗੇ ਸਾਰੀਆਂ ਚੀਜ਼ਾਂ 'ਚ ਬਹੁਤ ਵੱਡੇ ਸਤਰ ਤੇ ਸੁਧਾਰ ਦਿਖਣ ਲੱਗ ਜੂਗਾ ਲੋਕਾਂ ਨੂੰ। ਹੋਣਾ ਤਾਂ ਸ਼ੁਰੂ ਹੋ ਗਿਆ ਹੈ, ਦਿਖਣ ਵੀ ਲੱਗ ਜੂਗਾ। ਜਿਹੜੀਆਂ ਬੱਸਾਂ ਖੜੀਆਂ ਨੇ ਚੱਲਣਗੀਆਂ ਕਦੋਂ? ਨਹੀਂ ਮੇਰੀ ਜਾਣਕਾਰੀ ਤੇ ਨਹੀਂ ਖੜੀਆਂ, ਤੁਹਾਡੀ ਜਾਣਕਾਰੀ ਕਾਫੀ ਸੰਖਿਆ 'ਚ ਬੱਸਾਂ ਖੜੀਆਂ। ਉਹਦੇ ਕੀ ਕਾਰਨ ਹੈ ਖੜੀ ਜੇ? ਫਿਰ ਤੁਹਾਨੂੰ ਇਹ ਵੀ ਪਤਾ ਹੋਊਗਾ। ਹਾਂ ਮੈਂ ਤੁਹਾਨੂੰ ਦੱਸਿਆ ਵੀ ਉਹ ਹਜੇ ਪੋਸਟਾਂ ਭਰਨ ਵਾਲੀਆਂ ਨੇ। ਪੋਸਟਾਂ ਭਰਨੀਆਂ ਅਲੱਗ ਗੱਲ ਹੈ, ਬੱਸਾਂ ਖਰੀਦੀਆਂ ਜਾਂ ਖੜੀਆਂ ਮੇਰੀ ਜਾਣਕਾਰੀ ਤੇ ਨਹੀਂ ਖੜੀਆਂ ਹੋ ਸਕਦਾ। ਲੇਕਿਨ ਸਾਡਾ ਇਸ ਟਾਈਮ ਟਰਾਂਸਪੋਰਟ ਜਿਹੜਾ ਮਹਿਕਮਾ ਆ, ਭੁੱਲਰ ਸਾਹਿਬ ਲੱਗੇ ਹੋਏ, ਲਾਲਜੀਤ ਭੁੱਲਰ ਜੀ, ਔਰ ਅਸੀਂ ਦੋਨੋਂ ਈਵਨ ਪਿਛਲੇ 2-3 ਡਿਪੂਆਂ ਦੀ ਜਿਹੜੀ ਮੰਥਲੀ ਰਿਪੋਰਟ ਆਈ ਆ, ਜਿਹੜੀ ਉਹਨਾਂ ਦੀ ਕਲੈਕਸ਼ਨ ਦੀ ਰਿਪੋਰਟ ਆਈ, ਉਹ ਬਹੁਤ ਵਾਧੇ 'ਚ ਆਈ ਹੈ। ਸੋ ਇਹ ਦੇਖੋ ਹੁਣ ਮੇਰੀ ਗੱਲ ਸੁਣੋ, ਫੋਰ ਐਗਜ਼ਾਮਪਲ ਇਹੀ ਦਿੱਲੀ ਹਵਾਈ ਅੱਡੇ ਤੇ 4000 'ਚ ਬੰਦਾ ਜਾਂਦਾ ਸੀ ਵੋਲਵੋ ਨੂੰ। ਹੁਣ ਅਸੀਂ ਜਿਹੜਾ ਆ 1200 ਮਤਲਬ 1000 ਤੋਂ ਲੈ ਕੇ 1300 'ਚ 1400 ਮਤਲਬ ਇਹ 'ਚ ਜਾ ਸਕਦਾ ਹੈ। ਔਰ ਬੜੇ ਵਧੀਆ ਤਰੀਕੇ ਨਾਲ ਪਿਛਲੇ ਦਿਨਾਂ 'ਚ ਸਾਰੀਆਂ ਵੀਡੀਓ ਵੀ ਆ ਗਈਆਂ, ਸਾਰਾ NRI ਭਾਈਚਾਰੇ ਨੂੰ। ਇਹ ਇੱਕ ਚੰਗੀ ਸ਼ੁਰੂਆਤ ਹੈ। ਸੋ ਮੈਂ ਕਹਿੰਦਾ ਵੀ 6 ਮਹੀਨੇ ਹੋਏ ਆ, ਸ਼ੁਰੂਆਤ ਤਾਂ ਚੰਗੀਆਂ ਹੋ ਗਈਆਂ, ਇਹਦੇ ਬੜੇ ਅੱਛੇ ਰਿਜ਼ਲਟ ਆਉਣਗੇ। ਚਲੋ ਆਪਾਂ ਮਾਈਨਿੰਗ ਤੇ ਆਈਏ। ਮਾਈਨਿੰਗ ਤੇ ਆਪਣੀ ਬਹੁਤ ਆਗੂਆਂ ਨੇ ਇਲੈਕਸ਼ਨਾਂ ਵੇਲੇ ਵੀ ਕਿਹਾ ਕਿ ਇਹ ਇੰਨਾ ਸਾਨੂੰ ਫਾਇਦਾ ਹੋ ਜੂ। ਕੇਜਰੀਵਾਲ ਸਾਹਿਬ ਨੇ ਵੀ ਆਪਦੀ ਜ਼ਬਾਨ ਤੋਂ ਕਿਹਾ ਬਕੌਲ ਵੀ ਇੰਨੇ ਹਜ਼ਾਰ ਕਰੋੜ ਦਾ ਤਾਂ ਉੱਥੋਂ ਹੀ ਫਾਇਦਾ ਹੋ ਜਾਣਾ। ਮਾਈਨਿੰਗ ਦੀ ਹੁਣ ਚਰਚਾ ਨਹੀਂ ਚੱਲ ਰਹੀ। ਕਿਸੇ ਟਾਈਮ ਚੱਡਾ ਸਾਹਿਬ ਜਾਂ ਸਾਰੇ ਵੱਡੇ ਵੱਡੇ ਲੀਡਰ ਜਾਂਦੇ ਰਹੇ ਸੀ, ਉਹ ਉੱਥੇ ਕੋਈ ਦੇਖ ਨਹੀਂ ਰਿਹਾ। ਨਹੀਂ ਮਾਈਨਿੰਗ ਦਾ ਇਸ ਤਰ੍ਹਾਂ ਹੈ, ਦੇਖੋ ਮੈਂ 2 ਗੱਲਾਂ ਮਾਈਨਿੰਗ 'ਚ। ਇੱਕ ਪੱਖ ਤੇ ਇਹ ਆ ਵੀ ਇਲੀਗਲ ਖੱਡਾਂ ਸਾਰੀਆਂ ਬੰਦ ਹੋਈਆਂ ਜੀ। ਦੂਜੀ ਗੱਲ ਇਹ ਆ ਵੀ ਪਿਛਲੇ ਦਿਨਾਂ 'ਚ ਬਰਸਾਤੀ ਮੌਸਮ ਹੋਣ ਕਰਕੇ ਵੈਸੇ ਹੀ ਮਾਈਨਿੰਗ ਦੀ ਜਿਹੜੀ ਸਪਲਾਈ ਸਲੋ ਹੋ ਜਾਂਦੀ ਹੈ। ਉਹਦੇ ਕਰਕੇ ਮਾਰਕੀਟ 'ਚ ਜਿਹੜੀ ਡਿਮਾਂਡ ਵਧੀ ਹੋਈ ਸੀ, ਨੋ ਡਾਊਟ ਲੋਕਾਂ ਨੂੰ ਥੋੜ੍ਹੀ ਪਰੇਸ਼ਾਨੀ ਆਈ ਆ। ਮੈਂ ਐਵੇਂ ਕਹਾਂ ਵੀ ਨਹੀਂ ਆਈ ਜੀ। ਮੈਂ ਤੁਹਾਡੇ ਚੈਨਲ ਤੇ ਮੰਨ ਰਿਹਾ। ਉਹਦੇ ਇਹ 2 ਬੇਸਿਕ ਕਾਰਨ ਸੀ ਜੀ। ਸਪਲਾਈ ਚੇਨ ਟੁੱਟੀ, ਇਲੀਗਲ ਬਰਸਾਤ ਕਰਕੇ, ਉਹਦੀ ਬਰਸਾਤਾਂ 'ਚ ਵੀ ਇਹ ਮਾਈਨਿੰਗ ਘਟ ਜਾਂਦੀ ਹੈ। ਦੂਸਰਾ ਅਸੀਂ ਸਾਡੇ ਮੰਤਰੀ ਸਾਹਿਬ ਵੀ ਲੱਗੇ ਹੋਏ ਆ, ਔਰ ਉਹ ਪਿਛਲੇ ਦਿਨਾਂ 'ਚ ਅਸੀਂ ਇੱਕ ਨੋਟੀਫਿਕੇਸ਼ਨ 29 ਸਤੰਬਰ ਨੂੰ ਜਾਰੀ ਕਰਤਾ। ਪਹਿਲਾਂ 3 ਫੁੱਟ ਜਿਹੜੀ ਨਿੱਜੀ ਯੂਟਿਲਾਈਜੇਸ਼ਨ ਵਾਸਤੇ, ਆਪਣੀ ਯੂਜ਼ ਵਾਸਤੇ ਜਿਹੜੀ 2 ਏਕੜ 'ਚੋਂ ਚੱਕ ਸਕਦਾ, ਉਹ ਬੰਦ। ਉੱਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਸੀਗੀਆਂ, ਉਹ ਚੱਕਦੀਆਂ ਵੀ ਪਰਸਨਲ ਯੂਜ਼ ਲਈ। ਹੁਣ ਵੀ 2 ਦਿਨ ਪਹਿਲਾਂ ਵੀ ਮਾਨਯੋਗ ਮੁੱਖ ਮੰਤਰੀ ਜੀ ਨੇ ਮਾਈਨਿੰਗ ਡਿਪਾਰਟਮੈਂਟ ਨਾਲ ਮੀਟਿੰਗ ਕੀਤੀ। ਉਹਦੇ 'ਚ ਇਹੀ ਫੋਕਸ ਹੈ
ਵੀ ਸਪਲਾਈ ਹੋਰ ਵਧਾਈ ਜਾਵੇ ਔਰ ਲੋਕਾਂ ਨੂੰ ਮਤਲਬ ਆਸਾਨੀ ਨਾਲ ਰੇਤ ਉਪਲਬਧ ਹੋਵੇ। ਸੋ ਮੈਨੂੰ ਲੱਗਦਾ ਔਰ ਪੰਜਾਬ ਨੂੰ ਕਲੈਕਸ਼ਨ ਹੀ ਵਧੇ। ਲੇਕਿਨ ਇਹਦੇ ਤੇ ਅਗਲੇ ਫਾਈਨੈਂਸ਼ੀਅਲ ਈਅਰ 'ਚ ਅਸੀਂ ਇੱਕ ਪ੍ਰੋਪਰ ਇੱਕ ਪਾਲਿਸੀ ਲੈ ਕੇ ਵੀ ਆ ਰਹੇ ਹਾਂ। ਇੱਕ ਚਲੋ ਆਪਾਂ ਹੌਲੀ ਹੌਲੀ ਉਹਨਾਂ ਵੱਡੇ ਮੁੱਦੇ ਵੱਲ ਆਉਂਦੇ ਹਾਂ, ਕਿਸਾਨੀ ਦੇ ਮੁੱਦੇ ਵੱਲ। ਗੁਜਰਾਤ ਤੇ ਜਾ ਕੇ ਤਾਂ ਆਪਾਂ ਕੱਛ ਦੇ ਕਿਸਾਨਾਂ ਨਾਲ ਗੱਲ ਕਰਦੇ ਹਾਂ, ਉਹਨਾਂ ਦੀ ਜ਼ਮੀਨਾਂ ਦੀ ਗੱਲ ਕਰਦੇ ਹਾਂ। ਜਿਹੜੇ ਪੰਜਾਬ ਵਾਲਿਆਂ ਦਾ ਹਜੇ ਮਸਲਾ ਨਹੀਂ ਹੋਇਆ, ਮੈਨੂੰ ਲੱਗਦਾ ਅੱਜ ਉਹਨਾਂ ਨੇ ਲਗਾਤਾਰ ਧਰਨਾ ਸ਼ੁਰੂ ਕਰਨਾ ਸੀਗਾ। ਪੰਜਾਬ ਦੇ ਕਿਸਾਨਾਂ ਨਾਲ ਪਹਿਲੀ ਵਾਰ ਆਇਆ ਪੰਜਾਬ 'ਚ ਇੱਕ ਸਰਕਾਰ ਨੇ MSP ਦੇਣ ਦੀ ਸ਼ੁਰੂਆਤ ਕੀਤੀ। MSP ਮਾਨ ਸਾਹਿਬ ਨੇ ਪਹਿਲੀ ਵਾਰ ਹੋਇਆ ਵੀ ਪੰਜਾਬ ਦੇ ਪਾਣੀ ਨੂੰ ਔਰ ਧਰਤੀ ਨੂੰ ਬਚਾਉਣ ਲਈ ਜਿਹੜਾ ਆ ਸਿੱਧੀ ਬਿਜਾਈ ਨੂੰ ਪ੍ਰੇਰਿਤ ਕਰਨ ਲਈ, ਇੰਸਪਾਇਰ ਕਰਨ ਲਈ ਉਹਨਾਂ ਨੂੰ 1500 ਰੁਪਏ ਸਿੱਧਾ ਖਾਤੇ ਦੇਣ ਦੀ ਸ਼ੁਰੂਆਤ ਹੋ ਗਈ। ਪਹਿਲੀ ਵਾਰ ਹੋਇਆ। ਕਿਸਾਨਾਂ ਨੂੰ ਹਾਰਸ ਪਾਵਰ ਦੇ ਰੇਟ ਘਟੇ, ਬਹੁਤ ਸਾਰੇ ਕੰਮ ਹੋ ਰਹੇ। ਹੁਣ ਕਿਸਾਨਾਂ ਨੂੰ ਮੰਡੀ 'ਚ ਟਰਾਂਸਪੋਰਟੇਸ਼ਨ ਦੀ ਸੁਵਿਧਾ ਵੀ ਆਉਣ ਵਾਲੇ ਟਾਈਮ 'ਚ ਹੋ ਜੂਗੀ। ਮੰਡੀਆਂ 'ਚ ਜਿਹੜਾ ਨਾਲ ਦੀ ਨਾਲ ਝੋਨਾ ਆ ਰਿਹਾ ਤੇ ਨਾਲ ਹੀ ਪੇਮੈਂਟ ਵਿਦਿਨ 1 ਘੰਟੇ ਦੇ ਅੰਦਰ ਅੰਦਰ ਪੇਮੈਂਟ ਦੇ ਉਦਾਹਰਣ ਵੀਡੀਓ ਸਾਹਮਣੇ ਆ ਗਏ। ਇੱਕ ਦੁਰਸਤ ਮਕੈਨਿਜ਼ਮ ਦੀ ਔਰ ਚੌਕਸ ਸਰਕਾਰ ਦਾ ਜਿਹੜਾ ਹੈ ਉਹਦੇ ਰਿਜ਼ਲਟ ਹੈ। ਹਾਂ, ਇਹ ਗੱਲ ਮੈਂ ਤੁਹਾਡੀ ਸਹਿਮਤ ਹੈ, ਬਹੁਤ ਸਾਰਾ ਹਜੇ ਕੰਮ ਕਰਨ ਵਾਲਾ ਹੈ। ਔਰ ਮਾਨ ਸਾਹਿਬ ਨੇ ਹੁਣ ਵਾਈਸ ਚਾਂਸਲਰ ਸਾਹਿਬ ਵੀ ਅਪਾਇੰਟ ਕੀਤੇ ਹੈ PAU 'ਚ। ਪਹਿਲੇ ਕਈ ਸਾਲਾਂ ਤੋਂ ਇਹ ਵੀ ਬੜਾ ਅਟਕ ਰਿਹਾ ਸੀ ਮਾਮਲਾ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੂੰ ਕਈ ਸਾਲ ਅਟਕਾਈ, ਉਹਨੂੰ ਜਿਹੜੀ ਉਹ ਗ੍ਰਾਂਟ ਦੇਣੀ ਹੁੰਦੀ ਹੈ। ਰਿਸਰਚ ਕਿਸ ਤਰ੍ਹਾਂ ਹੋਊਗਾ, ਪੈਸਾ ਹੀ ਨਹੀਂ ਇੰਸਟੀਟਿਊਸ਼ਨਸ ਕੋ ਹੋਊਗਾ। ਇਹਦੇ ਵੱਲ ਸ਼ੁਰੂਆਤ ਹੋਈ ਆ। ਸੋ ਮੈਂ ਕਹਿੰਦਾ ਹੈ ਵੀ ਕਿਸਾਨੀ ਧਰਨੇ ਲੱਗੇ ਇੱਕ ਦਿਨ ਦੇ ਨਾਲ ਦੀ ਨਾਲ CM ਸਾਹਿਬ ਨੇ ਨਾਲ ਧਰਨਾ ਲਾਉਣ ਦਾ। ਮੈਂ ਕਹਿੰਦਾ ਵੀ ਕੱਲ ਵੀ 2 ਦਿਨ ਪਹਿਲਾਂ ਵੀ ਉਗਰਾਹਾਂ ਸਾਹਿਬ ਮਿਲ ਕੇ ਗਏ ਸਾਰੀਆਂ। ਉਸ ਤੋਂ ਪਹਿਲਾਂ ਇੱਕ ਦਿਨ ਜਥੇਬੰਦੀਆਂ ਡੱਲੇਵਾਲ ਸਾਹਿਬ ਵਗੈਰਾ ਸਾਰੇ ਮਿਲ ਕੇ ਗਏ ਆ। ਮਾਨ ਸਾਹਿਬ ਦਾ ਇਹ ਕਹਿਣਾ ਉਹਨਾਂ ਨੂੰ ਧਰਨੇ ਨਾ ਲਾਓ, ਗੱਲ ਕਰੋ, ਆਪਾਂ ਮਿਲ ਕੇ ਹੱਲ ਕਰੀਏ। ਦੇਖੋ, ਹੱਲ ਤੇ ਸੰਵਾਦ ਨਾਲ ਨਿਕਲਣਾ ਹੈ ਤੇ ਸਮੇਂ ਨਾਲ ਨਿਕਲਣਾ ਹੈ। ਜੇ ਆਪਾਂ ਕਹੀਏ ਵੀ ਰਾਤੋਂ ਰਾਤ ਤਸਵੀਰ ਨਹੀਂ ਚੇਂਜ ਹੋਣੀ, ਲੇਕਿਨ ਸਰਕਾਰ ਦੀ ਨੀਅਤ ਤੇ ਨੀਤੀ ਸਪਸ਼ਟ ਹੋ। ਚਲੋ, ਨੀਤੀ ਤੇ ਨੀਅਤ ਸਪਸ਼ਟ ਹੈ, ਪਰ ਥੋੜੀ ਨੀਤੀ ਤੇ ਇੱਕ ਸਵਾਲ ਉੱਠਣੇ ਸ਼ੁਰੂ ਹੋ ਗਏ ਨੇ। ਜਿਵੇਂ ਕਿ ਆਪਾਂ ਗੱਲ ਕੀ ਕਿਸਾਨੀ ਦੀ ਗੱਲ ਕਰੀਏ, ਕਿਸਾਨੀ ਦੇ ਵਿੱਚ ਜਿਹੜੀ ਪਰਾਲੀ ਦਾ ਮਸਲਾ ਹੈ, ਬੜਾ ਉਮਦਾ ਮਸਲਾ। ਤੇ ਪੰਜਾਬ ਦੇ ਕਿਸਾਨਾਂ ਤੇ ਦੋਸ਼ ਲੱਗਦਾ ਸੀ, ਕੇਜਰੀਵਾਲ ਸਾਹਿਬ ਨੇ ਆਪ ਨਹੀਂ ਕਿਹਾ ਸੀ ਧੂਆਂ ਤਾਂ ਇੱਧਰੋਂ ਹੀ ਆਉਂਦਾ, ਪਰ ਜਦੋਂ ਰਿਪੋਰਟ ਆਈ ਤਾਂ ਕਹਿੰਦੇ 1 ਤੋਂ 2% ਹੀ ਆਉਂਦਾ, ਬਾਕੀ ਤਾਂ ਵਹੀਕਲ ਆਉਂਦਾ। ਪਰ ਹੁਣ ਜਿਹੜੀ ਨਵੀਂ ਗੱਲ ਆਈ ਹੈ, ਉੱਥੇ ਪਹਿਲਾਂ ਤਾਂ ਆਪਣੀ ਗੱਲ ਚੱਲੀ ਸੀ 2500 ਰੁਪਇਆ ਦੇਵਾਂਗੇ ਜੀ ਅਸੀਂ, ਫਿਰ ਚੱਲੀ 1500 ਕੇਂਦਰ ਸਰਕਾਰ ਦੇ 500 ਅਸੀਂ ਪਾ ਦਾਂਗੇ, ਉਹ ਕੋਈ ਗੱਲ ਨਹੀਂ ਹੋਈ ਪੂਰੀ। ਫਿਰ ਹੁਣ ਪਰਾਲੀ ਦੇ ਵਿੱਚ ਕੀ ਹੈ, 650 ਦੇ ਕਰੀਬ ਮਾਮਲੇ ਦਰਜ ਹੋ ਗਏ ਤੇ ਰੈੱਡ ਲਾਈਨ 35 ਦੇ ਕਰੀਬ ਜਿਹੜੇ ਹੈਗੇ ਨੇ ਕਿਸਾਨ, ਉਹਨਾਂ ਦੇ ਰੈੱਡ ਲਾਈਨ 'ਚ ਜ਼ਮੀਨਾਂ ਆ ਗਈਆਂ ਨੇ। ਆਈਆਂ ਸੀ। ਝੂਠ ਹੈ। ਮੈਂ ਕੱਲ ਹੀ ਕਨਫਰਮ ਕੀਤਾ, ਕੋਈ BJP ਦਾ ਸਪੋਕਸਪਰਸਨ ਬੋਲ ਰਿਹਾ ਸੀ ਵਿਦਆਊਟ ਈਵਨ, ਤੁਸੀਂ ਛੱਡੋ ਉਗਰਾਹਾਂ ਸਾਹਿਬ ਮੀਟਿੰਗ ਤੋਂ ਬਾਅਦ ਪ੍ਰੈਸ ਬਰੀਫ ਕਰਕੇ ਗਏ, ਉਹਦੇ 'ਚ ਉਹਨਾਂ ਨੇ ਕੀ ਕਿਹਾ, ਅਸੀਂ ਕਿਸਾਨਾਂ ਨੂੰ ਪ੍ਰੇਰਿਤ ਕਰ ਰਹੇ ਹਾਂ ਵੀ ਪਰਾਲੀ ਨਾ ਸਾੜਿਆ ਜਾਵੇ। ਕੰਪੇਨ ਚੱਲ ਰਹੀ, ਸਾਡੇ ਮੰਤਰੀਆਂ ਦੀ ਪੂਰੀ ਇੱਕ ਟੀਮ ਲੱਗੀ ਹੋਈ। ਉਹਨੂੰ ਮੁਆਵਜ਼ਾ ਤਾਂ ਮੇਰੀ ਗੱਲ ਤਾਂ ਸੁਣੋ, ਮੇਰੀ ਬੇਨਤੀ ਸੁਣੋ। ਡੀਕੰਪੋਜ਼ ਕਰਨਾ ਆ, ਮਸ਼ੀਨਾਂ ਨਾਲ ਪਰਾਲੀ ਦੇ ਪੰਡਾਂ ਬਣਾ ਕੇ ਜਿਹੜੀਆਂ ਆ ਫੈਕਟਰੀਆਂ ਨੂੰ, ਪਰ ਉਹ ਵੀ ਬਹੁਤ ਵੱਡੇ। ਈਵਨ ਅੱਜ ਸਾਡੇ ਕੁਲਦੀਪ ਧਾਲੀਵਾਲ ਜੀ ਜਿਹੜੇ ਐਗਰੀਕਲਚਰ ਮਿਨਿਸਟਰ, ਉਹਨਾਂ ਨੇ ਆਪਣੀ ਝੋਨਾ ਆਪ ਵੱਢ ਕੇ ਤੇ ਪਰਾਲੀ ਬਣਾ ਕੇ ਉਹਦੀ ਸਪਲਾਈ ਆਪ ਅੱਜ। ਸੋ ਦੇਖੋ, ਇਹ ਇੱਕ ਜਨ ਮਤਲਬ ਮੂਵਮੈਂਟ ਹੈ, ਪਬਲਿਕ ਦੀ ਮੂਵਮੈਂਟ ਬਣਾਉਣੀ ਬਣੀ ਹੈ। ਇਹ ਪਰਾਲੀ ਸਾੜਨ ਦਾ ਨੁਕਸਾਨ ਕਿਸਾਨ ਨੂੰ ਵੱਡੇ ਸਤਰ ਤੇ ਹੁੰਦਾ ਸੀ। ਜ਼ਮੀਨ ਦੇ ਜਿਹੜੀ ਫਰਟੀਲਿਟੀ ਉਹ 'ਚ ਕਮਜ਼ੋਰੀ ਹੁੰਦੀ ਆ, ਪਰਿਆਵਰਣ ਦੀ ਕਮਜ਼ੋਰੀ ਹੁੰਦੀ ਹੈ। ਬਿਲਕੁਲ ਕਿਸਾਨ ਕੋ ਇਹ ਕਹਿ ਲਓ ਵੀ ਆਪਸ਼ਨ ਨਹੀਂ ਹੈ ਕੋਈ। ਅਸੀਂ ਆਪਸ਼ਨ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਆਫਰ ਕੀਤਾ ਹੀ ਸੈਂਟਰ ਨੂੰ, ਬੜਾ ਵਧੀਆ ਹੀ ਸੈਂਟਰ ਮੰਨਦਾ। ਦੇਖੋ, ਅੱਜ ਸੈਂਟਰ ਦੇ ਹੱਥ 'ਚ ਬਹੁਤ ਸਾਰਾ ਇਕਨੋਮਿਕ ਢਾਂਚਾ ਉਹਨਾਂ ਦੇ ਹੱਥ 'ਚ ਕੰਟਰੋਲ 'ਚ ਹੈ। ਜੇ ਉਹ ਸਾਨੂੰ 1500 ਰੁਪਏ ਦਿੰਦੇ, ਅਸੀਂ 500 ਰੁਪਇਆ ਪਾਉਂਦੇ, 2500 ਰੁਪਏ ਪਰ ਏਕੜ ਦਿੰਦੇ, ਕਾਫੀ ਹੱਦ ਤੱਕ ਰਿਲੀਫ ਮਿਲਦਾ। ਨਹੀਂ, ਕੇਜਰੀਵਾਲ ਸਾਹਿਬ ਤੇ ਕੈਪਸੂਲ ਦੀ ਗੱਲ ਕਰਦੇ ਹੁੰਦੇ ਸੀ, ਉਹ ਵੀ ਕਰ ਰਹੇ ਆ। ਹਾਂਜੀ, ਜਿੱਥੇ ਜਿੱਥੇ ਦੇਖੋ ਹਰ ਚੀਜ਼ ਦਾ ਸਮਾਂ ਲੱਗਦਾ ਆ ਤੇ ਹਰ ਚੀਜ਼ ਨੂੰ ਪਹੁੰਚਣ 'ਚ ਵੀ, ਕਿਉਂਕਿ ਹਰ ਕਿਸਾਨ ਦਾ ਭਰੋਸਾ ਬਣਨ 'ਚ ਵੀ ਤਾਂ ਟਾਈਮ ਲੱਗਣਾ ਨਾ ਕਿਸੇ ਚੀਜ਼ ਦਾ। ਇਸ ਕਰਕੇ ਗੱਲ ਇਹ ਆ, ਮਨਸ਼ਾ ਸਾਫ਼ ਹੈ। ਮਨਸ਼ਾ ਇਹ ਆ ਪਰਾਲੀ ਨਾ ਸਾੜੀ ਜਾਵੇ। ਈਵਨ ਪਰਾਲੀ ਨਾ ਸਾੜਨ ਨਾਲ ਕਿਸਾਨ ਨੂੰ ਫਾਇਦਾ ਹੋਵੇ, ਇਕਨੋਮਿਕਲੀ ਵੀ ਫਾਇਦਾ ਹੋਵੇ, ਉਹਦੀ ਜ਼ਮੀਨ ਦੀ ਫਰਟੀਲਿਟੀ ਨੂੰ। ਚਲੋ, ਤੁਹਾਡਾ ਕਹਿਣ ਦਾ ਮਤਲਬ ਜਿਹੜੇ 35 ਕਿਸਾਨਾਂ ਦੀ ਗੱਲ ਆਈ ਸੀਗੀ, ਬਿਲਕੁਲ ਝੂਠ ਹੈ। ਝੂਠ ਹੈ। ਕਿਸੇ ਕਿਸਾਨ ਤੇ 600 ਤੋਂ ਜ਼ਿਆਦਾ ਜਿਹੜੇ ਮਾਮਲੇ ਦਰਜ ਹੋਏ, ਉਹ ਤਾਂ ਨਹੀਂ ਝੂਠ? ਨਹੀਂ, 600 ਮੇਰੀ ਜਾਣਕਾਰੀ 'ਚ ਤੇ ਉਹ ਵੀ 600 ਤੋਂ ਜ਼ਿਆਦਾ ਮਾਮਲੇ। ਮੈਂ ਤੁਹਾਨੂੰ ਦੱਸਦਾ, ਨਹੀਂ ਮੈਂ ਬੜੀ ਸਪਸ਼ਟ, ਕਿਸਾਨ ਜਿਹੜੀਆਂ ਜਥੇਬੰਦੀਆਂ ਦੀ ਮੀਟਿੰਗ ਹੋਈ ਹੈ ਮਾਨਯੋਗ ਮੁੱਖ ਮੰਤਰੀ, ਉਹ 'ਚ ਅਸੀਂ ਕਿਹਾ ਹੈ ਵੀ ਅਸੀਂ ਕਿਸੇ ਵੀ ਕਿਸਾਨ ਨੂੰ ਇਸ ਤਰੀਕੇ ਨਾਲ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ।
ਲੇਕਿਨ ਅਸੀਂ ਕਿਸਾਨਾਂ ਨੂੰ ਜਾਗਰੂਕ ਕਰਕੇ ਇਸ ਮੂਵਮੈਂਟ ਦਾ ਹਿੱਸਾ ਬਣਾਉਣਾ ਚਾਹੁੰਦੇ ਹਾਂ। ਉਹਦੇ 'ਚ ਸਾਡਾ ਪੂਰਾ ਮੰਤਰੀ ਮੰਡਲ ਵੀ ਲੱਗਿਆ ਹੋਇਆ, ਮੁੱਖ ਮੰਤਰੀ ਜੀ ਵੀ ਲੱਗੇ ਹੋਏ, ਸਰਕਾਰੀ ਮਸ਼ੀਨਰੀ ਵੀ ਲੱਗੀ ਹੋਈ ਆ, ਕਿਸਾਨ ਜਥੇਬੰਦੀਆਂ ਨੂੰ ਵੀ ਨਾਲ ਅਪੀਲ ਕੀਤੀ ਹੈ ਤਾਂ ਕਿ ਆਪਾਂ ਨੂੰ ਨੌਬਤ ਨਾ ਆਵੇ। ਲੇਕਿਨ ਇਸ ਤਰ੍ਹਾਂ ਦੀ ਕੋਈ ਇਹ ਸਭ ਝੂਠੀਆਂ ਅਫਵਾਹਾਂ ਹੈ। ਚਲੋ ਇਹ ਮੰਨ ਲੈਂਦੇ ਹਾਂ, ਤੁਸੀਂ ਦੱਸਿਆ ਤਾਂ ਗੱਲ ਕੁਛ ਤਾਂ ਹੋਊਗੀ ਠੀਕ। ਅੱਛਾ, ਹੁਣ ਗੱਲ ਇਹ ਹੈ ਕਿ ਆਪਣੀ ਸੱਤਾ 'ਚ ਸੌਂਪੀ ਜਿਹੜੀ ਲੋਕਾਂ ਨੇ ਬਦਲਾਅ ਨੂੰ ਦੇਖ ਕੇ ਸੌਂਪੀ ਹੈ, ਤੇ ਕਹਿੰਦੇ ਬਦਲੀ ਵਾਲੀ ਨੀਤੀਆਂ ਸ਼ੁਰੂ ਹੋ ਗਈਆਂ, ਜਿਵੇਂ ਕਿ ਲੱਖੇ ਸਿਧਾਣੇ ਦਾ 8 ਵੀ ਸੀਗਾ ਮਹਾਰਾਜ ਦੇ ਵਿੱਚ ਵੀ ਉਹਦੇ ਮਾਮਲਾ ਦਰਜ ਕਰਤਾ ਨਸ਼ੇ ਤੱਕ ਲੈ ਕੇ, ਉਹ ਜਾਂਚ ਹੋਈ ਤਾਂ ਕਹਿੰਦੇ ਹੁਣ ਠੀਕ ਹੈ। ਦੇਖੋ ਬਦਲਾਵ ਕੀ ਆ, ਪਹਿਲਾਂ ਤਾਂ ਇਹ ਸਮਝਣਾ ਪਊਗਾ। ਪਿਛਲੇ ਸਰਕਾਰਾਂ ਦੇ ਐਗਰੀਕਲਚਰ ਮਿਨਿਸਟਰ ਨੂੰ ਦੀ ਫਾਈਲ ਚੱਕ ਲਓ ਤੇ ਸਬਸਿਡਾਈਜ਼ ਮਸ਼ੀਨਾਂ ਦਾ ਘਪਲਾ ਨਿਕਲਿਆ ਹੁੰਦਾ। ਐਸਸੀ ਸਮਾਜ ਦੇ ਜਿਹੜੇ ਵੈਲਫੇਅਰ ਦੇ ਮੰਤਰੀਆਂ ਦੀ ਕੋਈ ਫਾਈਲ ਚੱਕ ਲਓ ਤੇ ਐਸਸੀ ਬੱਚਿਆਂ ਦੀ ਸਕਾਲਰਸ਼ਿਪ ਦਾ ਹੀ ਜੀ ਕਰੋੜਾਂ ਰੁਪਏ। ਫੂਡ ਐਂਡ ਸਪਲਾਈ ਮੰਤਰੀ ਦੀ ਫਾਈਲ ਚੱਕ ਲਓ ਤੇ ਗੋਦਾਮਾਂ ਦੇ ਗੋਦਾਮ ਪਤਾ ਹੀ ਨਹੀਂ ਆ, ਤੇ ਉਹ 'ਚ ਸਕੂਟਰ ਤੇ ਕਾਰਾਂ ਨਾਲ ਮਾਲ ਦੀ ਢੋਆ ਢਵਾਈ ਹੋਈ ਹੈ ਤੇ ਕਿੱਡਾ ਵੱਡਾ ਭਲਾ। ਤੇ ਜੰਗਲਾਤ ਮੰਤਰੀ ਦੀ ਚੱਕ ਲਓ ਤੇ ਉਹ ਪਤਾ ਲੱਗ ਰਿਹਾ ਬੂਟੇ ਵੱਢ ਲਏ ਤੇ ਬੂਟਿਆਂ ਤੇ ਕਵਰ ਕਰਨ ਲਈ ਜੰਗਲੇ ਜਿਹੜੇ ਲਾਈਦੇ ਆ ਉਹ ਜੰਗਲੇ ਵੀ ਟ੍ਰੀ ਗਾਰਡ। ਹੁਣ ਇੱਕ ਮਾਨ ਸਾਹਿਬ ਦਾ ਇੱਕ ਵੀ ਮੰਤਰੀ ਦੱਸਣ ਨਾ ਕਿ ਜੇ ਕਿਸੇ 'ਚ ਇਨਵੋਲਵ ਕਿਸੇ ਦੇ ਘਰ 'ਚ ਪੈਸਾ ਗਿਆ ਹੋਵੇ ਤੇ ਨਾ ਮਾਨ ਸਾਹਿਬ ਨੇ ਐਕਸ਼ਨ ਲਿਆ ਹੋਵੇ। ਮਾਨ ਸਾਹਿਬ ਦਾ ਐਮਐਲਏ ਕੋਈ ਦੱਸੋ, ਮਾਨ ਸਾਹਿਬ ਨੇ ਆਪ ਕੋਈ ਬੱਸਾਂ ਪਾਈਆਂ ਹੋਣ, ਮਾਨ ਸਾਹਿਬ ਨੇ ਆਪ ਕੋਈ ਰਿਸੋਰਟ ਖੋਲ੍ਹਿਆ ਹੋਵੇ, ਮਾਨ ਸਾਹਿਬ ਨੇ ਕੋਈ ਖੱਡ ਲਈ ਹੋਵੇ। ਇਹ ਬਦਲਾਅ ਵੀ ਆ। ਹੋਰ ਮੇਰੀ ਬੇਨਤੀ ਸੁਣੋ, ਮੈਂ ਲਾਸਟ ਖਤਮ ਕਰ। ਸਾਡੇ ਕੋ ਲੋਕਾਂ ਨੇ ਬਹੁਤ ਵੱਡਾ ਫਤਵਾ ਦਿੱਤਾ ਹੈ ਤੇ ਆਮ ਸਧਾਰਨ ਪਰਿਵਾਰਾਂ ਦੇ ਲੋਕ ਜਿੱਤ ਕੇ ਆਏ ਆ ਜੀ। ਇੱਕ ਗੱਲ ਮੈਂ ਮੰਨਦਾ, ਉਹਨਾਂ ਦੇ ਕੰਮ ਕਰਨ ਦੇ ਤਰੀਕੇ 'ਚ ਕਮੀ ਹੋ ਸਕਦੀ ਆ, ਨੀਅਤ ਖਰਾਬ ਨਹੀਂ, ਉਹਨਾਂ ਦੀ ਇੰਟੈਂਸ਼ਨ ਮਾੜੀ ਨਹੀਂ ਵੀ, ਜਾਨੀ ਪਤਾ ਨਹੀਂ ਹੋ ਸਕਦਾ, ਇਹ ਹੋ ਸਕਦਾ ਐਕਸਪੀਰੀਅੰਸ ਨਹੀਂ ਆ, ਅਨਐਕਸਪੀਰੀਅੰਸ ਹੈ। ਕੋਈ ਦਾਦੇ ਪਰਦਾਦੇ ਮਿਨਿਸਟਰ ਰਹੇ, ਮੰਤਰੀ ਰਹੇ, ਮੁੱਖ ਮੰਤਰੀ, ਉਹਨਾਂ ਪਰਿਵਾਰਾਂ 'ਚੋਂ ਤਾਂ ਨਹੀਂ ਨਾ ਉਹ। ਇਹ ਤੇ ਹੋ ਸਕਦਾ ਹੈ ਵੀ ਉਹਨਾਂ ਨੂੰ ਇੱਕ ਪ੍ਰੋਟੋਕੋਲ ਦਾ ਕਿਸੇ ਕਮੀ ਆ ਜੇ, ਕਿਸੇ ਪਤਾ ਨਾ ਹੋਵੇ, ਪ੍ਰੋਸੀਜਰ ਦਾ ਨਾ ਪਤਾ ਹੋਵੇ, ਲੇਕਿਨ ਨੀਅਤ ਨਹੀਂ ਮਾੜੀ। ਚਲੋ ਆਪਾਂ ਨੀਅਤ ਤੇ ਆਉਂਦੇ ਹਾਂ। ਤੁਸੀਂ ਕਹਿੰਦੇ ਸੀ ਵੀ ਕਿਸੇ ਐਮਐਲਏ ਬਾਰੇ ਦੱਸੋ, ਮਾਨ ਸਾਹਿਬ ਬਾਰੇ ਤਾਂ ਨਹੀਂ ਕਿਹਾ ਜਾ ਸਕਦਾ, ਠੀਕ ਹੈ ਜੀ। ਹੁਣ ਆਪਾਂ ਪਹਿਲਾਂ ਹੈਲਥ ਮਿਨਿਸਟਰ ਤੇ ਆਪਣੀ ਥੋੜੀ ਜੀ ਗੱਲ ਆਈ ਸੀ, ਮਾਨ ਸਾਹਿਬ ਨੇ ਖੁਦ ਕੀਤਾ ਵੀ ਜੀ ਉਹਨਾਂ ਮੈਨੂੰ ਪਤਾ ਲੱਗਿਆ ਕਿ 1% ਦੀ ਸ਼ੁਕਰਾਨਾ ਮੰਗਿਆ ਤੇ ਉਹਦੇ ਮਾਮਲਾ ਦਰਜ ਕਰਦੇ ਉਹਨੂੰ ਜੇਲ੍ਹ ਭੇਜਤਾ। ਤੇ ਹੁਣ ਲੰਮੇ ਸਮੇਂ ਤੋਂ ਇੱਕ ਆਡੀਓ ਕਲਿੱਪ ਘੁੰਮ ਰਿਹਾ ਹੈ, ਕਲੀਅਰ ਹੋ ਰਿਹਾ ਹੈ, ਜਿਹੜਾ ਬੰਦਾ ਹੈ, ਜਿਹੜਾ ਵਿਸਲ ਬਲੋਰ ਹੈ, ਉਹ ਕਹਿ ਰਿਹਾ ਵੀ ਮੈਂ ਕਨਫਰਮ ਕਰਦਾ, ਮੈਨੂੰ ਜਿੱਥੇ ਮਰਜ਼ੀ ਕਰ ਲਓ। ਫੌਜਾ ਸਿੰਘ ਸਰਾਰੀ ਬਾਰੇ ਕੀ ਖਿਆਲ ਹੈ? ਇੱਕ ਗੱਲ ਮੈਂ ਉਹ ਡਬਲ ਸਟੈਂਡਰਡ ਨਹੀਂ ਜੀ। ਕਰਪਸ਼ਨ ਨੂੰ ਲੈ ਕੇ ਪਾਰਟੀ ਦੀ ਨੀਤੀ ਬੜੀ ਸਪਸ਼ਟ ਹੈ, ਜ਼ੀਰੋ ਟੋਲਰੈਂਸ ਅਗੇਂਸਟ ਕਰਪਸ਼ਨ। ਈਵਨ 2015 ਚ ਕੇਜਰੀਵਾਲ ਜੀ ਨੇ ਆਪਣੇ ਮੰਤਰੀ ਨੂੰ ਪਹਿਲੇ ਸਰਕਾਰ 'ਚ ਬਾਹਰ ਕਰਤਾ ਸੀ। ਉਹ ਨੀਤੀ ਉਹੀ ਆ ਔਰ ਇਹ ਐਂਟੀ ਕਰਪਸ਼ਨ ਮੂਵਮੈਂਟ 'ਚੋਂ ਨਿਕਲੀ ਪਾਰਟੀ ਆ। ਅਰਵਿੰਦ ਕੇਜਰੀਵਾਲ ਜੀ ਦਾ ਪੂਰਾ ਸੰਘਰਸ਼ ਵੀ ਉਹੀ ਰਿਹਾ ਤੇ ਮਾਨ ਸਾਹਿਬ ਦੀ ਪੂਰੀ ਰਾਜਨੀਤੀ ਵੀ ਸਾਫ਼ ਸੁਥਰੀ ਜੀ। ਜਿਹੜਾ ਇਹ ਮਸਲਾ ਆਇਆ ਉਹਦੇ 'ਚ ਕੋਈ ਆਡੀਓ ਆਇਆ ਜਿਹਦੇ 'ਚ ਮਿਨਿਸਟਰ ਸਾਹਿਬ ਕਹਿ ਰਹੇ ਆ ਵੀ ਮੇਰੀ ਤੋੜੀ ਮਰੋੜੀ ਗਈ ਆਵਾਜ਼ ਗੱਲ ਨੂੰ, ਤੇ ਦੂਜਾ ਕੋਈ ਬੰਦਾ ਉਹ ਵੀ ਉਹਨਾਂ ਦੇ ਨਾਲ ਦਾ ਹੀ ਬੰਦਾ ਹੈ ਪਹਿਲਾਂ। ਹਾਂਜੀ, ਬਹੁਤ ਨੇੜਲਾ ਡਿਫਰੈਂਸਸ ਹੋ ਸਕਦੇ ਆ, ਬਹੁਤ ਨੇੜਤਾ ਬੰਦਾ। ਲੇਕਿਨ ਮੈਂ ਅੱਜ ਇਹ ਕਹਿ ਸਕਦਾ, ਨਾ ਤੇ ਹਜੇ ਉਸ ਚੈਪਟਰ ਨੂੰ ਬੰਦ ਕੀਤਾ ਸਮਝਿਆ ਜਾ ਸਕਦਾ ਹੈ, ਨਾ ਤੇ ਅਕਿਊਜ਼ਡ ਮੰਨਦੇ ਅਸੀਂ ਅਜੇ, ਤੇ ਨਾ ਕਲੀਨ ਚਿੱਟ ਦਿੱਤੀ ਹਜੇ। ਕੋਈ ਨੋਟਿਸ ਹੀ ਦਿੱਤਾ ਪਾਰਟੀ ਨੇ? ਜੋ ਵੀ ਪਾਰਟੀ ਦਾ ਇੱਕ ਪ੍ਰਕਿਰਿਆ ਹੁੰਦੀ ਹੈ ਪਾਰਟੀ ਕਰ ਰਹੀ ਹੈ। ਜੇ ਉਹਨਾਂ ਦੀ ਕੋਈ ਵੀ ਇਨਵੋਲਵਮੈਂਟ ਹੋਈ ਤੇ ਮਾਨ ਸਾਹਿਬ ਨੇ ਕੋਈ ਪਰਵਾਹ ਨਹੀਂ ਕਰਨੀ, ਇਹ ਮੈਂ ਤੁਹਾਨੂੰ ਸਪਸ਼ਟ ਦੱਸ ਸਕਦਾ। ਇਹਨਾਂ ਬਾਰੇ ਨੋਟਿਸ ਤੇ ਲੇਕਿਨ ਹੈਲਥ ਮਿਨਿਸਟਰ ਵਾਸਤੇ ਕੋਈ ਨੋਟਿਸ ਨਹੀਂ ਸੀ। ਗੱਲ ਸੁਣੋ ਨਾ ਜੀ, ਹੈਲਥ ਮਿਨਿਸਟਰ ਐਜ ਏ ਮਿਨਿਸਟਰ ਔਰ ਕੋ ਅਕਿਊਜ਼ਡ ਆ ਗਿਆ, ਉਹਦੀ ਸਾਰੀ ਗੱਲਬਾਤ ਆ ਗਈ, ਉਹਨੇ ਕੋਈ ਐਵੀਡੈਂਸ ਵੀ ਰੱਖੇ, ਜੋ ਵੀ ਹੈ ਮਾਨ ਸਾਹਿਬ ਨੇ ਨਾਲ ਦੀ ਨਾਲ ਆਪਣੀ ਕੈਬਨਿਟ ਚੋਂ ਬਾਹਰ ਕਰਤਾ। ਯਾਨੀ ਕਿ ਫੌਜਾ ਸਿੰਘ ਸਰਾਰੀ ਦਾ ਵੀ ਨੰਬਰ ਆ ਸਕਦਾ ਹੈ, ਹਜੇ ਜਾਂਚ ਚੱਲ ਰਹੀ ਹੈ। ਮੈਂ ਕਹਿੰਦਾ ਜੇ ਉਹਨੇ ਗੜਬੜ ਕੀਤੀ ਹੋਊਗੀ ਤਾਂ ਨੰਬਰ ਬਿਲਕੁਲ ਆਊਗਾ, ਤੇ ਜੇ ਨਹੀਂ ਕੀਤੀ ਹੋਊਗੀ ਤੇ ਫਿਰ ਕੁਝ ਨਹੀਂ। ਮੈਂ ਤੁਹਾਨੂੰ ਯਾਨੀ ਕਿ ਹਜੇ ਪਾਰਟੀ ਦੇ ਉਹਦੇ 'ਚ ਹੈ, ਇਹ ਪਾਰਟੀ ਦੇ ਧਿਆਨ 'ਚ ਹੈ। ਠੀਕ।